ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ ਅਸੀਂ +1 ਦੇ ਯੂਨਿਟ ਫਸਟ ਦੇ MCQs ਕਰਨ ਜਾ ਰਹੇ ਹਾਂ। ਸੋ ਹਰ ਟਾਈਪ ਦੇ ਜਿਹੜੇ MCQs ਆ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ, ਬਟ ਫਿਰ ਵੀ ਕਿਸੇ MCQs 'ਚ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਪੁੱਛ ਵੀ ਸਕਦੇ ਆ। ਨੰਬਰ ਫਸਟ ਬੱਚੇ ਚੈਪਟਰ ਆ ਫਿਜ਼ੀਕਲ ਵਰਡ, ਜਿਹੜਾ ਕਿ ਤੁਹਾਡਾ ਨਵੰਬਰ ਐਗਜ਼ਾਮ ਦੇ ਵਿੱਚ ਫਸਟ ਟਰਮ ਦੇ ਐਗਜ਼ਾਮ ਬੱਚੇ 2021 ਦੇ ਵਿੱਚ ਨਹੀਂ ਆਏਗਾ। ਸੋ ਅਸੀਂ ਜਿਹੜਾ ਆ ਚੈਪਟਰ 1 ਜਿਹੜਾ ਆ ਸਕਿਪ ਕਰ ਰਹੇ ਹਾਂ। ਠੀਕ ਹੈ, ਇੱਥੇ ਫਿਲਹਾਲ ਸਕਿਪ ਕਰ ਰਹੇ ਹਾਂ। ਸੈਕੰਡ ਚੈਪਟਰ ਦੇਖੋ, ਸਿਸਟਮ ਆਫ ਯੂਨਿਟਸ। ਹੁਣ ਬੱਚੇ ਸਿਸਟਮ ਆਫ ਯੂਨਿਟਸ ਤੋਂ ਇੰਪੋਰਟੈਂਟ ਚੈਪਟਰ ਤੁਹਾਡਾ ਸਟਾਰਟ ਹੈ। ਸੋ ਫਸਟ ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਯੂਨਿਟ ਆਫ ਡਿਸਟੈਂਸ। ਇਹਨਾਂ ਵਿੱਚੋਂ ਕਿਹਦੀ ਯੂਨਿਟਸ ਡਿਸਟੈਂਸ ਨਹੀਂ ਆ, ਮਤਲਬ ਕਿ ਇਹਨੂੰ ਅਸੀਂ ਮੀਟਰ ਦੇ ਵਿੱਚ ਮੈਜਰ ਨਹੀਂ ਕਰਦੇ। ਨੰਬਰ 1 ਇਜ਼ ਔਂਗਸਟੌਨ, ਫਰਮੀ, ਬੈਰਨ ਔਰ ਪਰਸੈਂਟ। ਸੋ ਇਹਦੇ ਵਿੱਚ ਬੱਚੇ ਜਿਹੜਾ ਔਂਗਸਟਰੌਨ ਆ ਇਹ ਵੀ ਮੀਟਰ ਆ। ਵੇਵਲੈਂਥ ਜਦੋਂ ਅਸੀਂ ਮੈਜਰ ਕਰਦੇ ਹਾਂ ਤਾਂ ਔਂਗਸਟਰੌਨ ਨੂੰ ਅਸੀਂ ਮੀਟਰ ਦੇ ਵਿੱਚ ਕਨਵਰਟ ਕਰਦੇ ਹਾਂ। ਫਰਮੀ ਵੀ ਮੀਟਰ ਦੇ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ। ਜਿਹੜਾ ਬਾਹਰ ਨਾ ਬੱਚੇ ਇਹ ਨਹੀਂ ਕਰ ਸਕਦੇ। ਸੋ ਇਹ ਜਿਹੜੇ ਆ ਯੂਨਿਟਸ ਨਹੀਂ ਹੈਗੇ। ਸੋ ਇਹਦਾ C ਆਨਸਰ ਆ ਜਾਏਗਾ। ਨੈਕਸਟ ਆ ਵਿਚ ਆਫ ਦ ਫੋਲੋਇੰਗ ਇਜ਼ ਦ ਸਮੋਲੈਸਟ ਯੂਨਿਟ। ਸਭ ਤੋਂ ਛੋਟੇ ਯੂਨਿਟਸ ਕਿਹੜੇ ਆ? ਮਿਲੀਮੀਟਰ। ਬੱਚੇ ਮਿਲੀਮੀਟਰ ਹੁੰਦਾ 10⁻³ ਔਂਗਸਟਰੌਨ ਹੁੰਦਾ 10⁻⁻10। ਫਰਮੀ ਹੁੰਦਾ 10⁻⁻12 ਔਰ ਮੀਟਰ ਹੁੰਦਾ ਆ, ਮੀਟਰ ਨੂੰ ਸਿੰਪਲ ਅਗਰ ਬਾਕੀ ਸਾਰੇ ਆ ਟਰਮ ਆ ਤਾਂ ਇਹਨੂੰ ਮੀਟਰ 'ਚ ਕਨਵਰਟ ਕਰੀਏ ਤਾਂ 1 ਮੀਟਰ। ਠੀਕ ਹੈ, ਹੁਣ ਦੇਖੋ ਮਾਈਨਸ ਦੀਆਂ ਟਰਮਸ ਹੈ ਸਾਰੀਆਂ। ਮਾਈਨਸ ਦੀਆਂ ਟਰਮਸ ਹੈ ਇਹਦਾ ਮਤਲਬ ਸਭ ਤੋਂ ਵੱਡੀ ਟਰਮ ਕਿਹੜੀ ਆ? ਮਾਈਨਸ ਦੇ 12। ਬੱਚੇ ਤੁਸੀਂ ਆਹ ਸਕੇਲ ਦੇਖਿਆ ਹੋਣਾ, 0 ਇੱਥੋਂ ਲਿਖਦੇ ਸੀ 1 2 3 4, ਫਿਰ ਇੱਧਰੋਂ ਲਿਖਦੇ -1 -2 -3। ਇਹਦਾ ਮਤਲਬ -1 ਗ੍ਰੇਟਰ ਆ -2 ਦੇ ਨਾਲੋਂ। ਇਹਦਾ ਮਤਲਬ ਜਿੱਦਾਂ ਜਿੱਦਾਂ ਇੱਧਰ ਨੂੰ ਜਾਂਦੇ ਜਾਵਾਂਗੇ ਛੋਟੀਆਂ ਟਰਮਸ ਆਉਂਦੀਆਂ ਜਾਣਗੀਆਂ। ਉਸ ਹਿਸਾਬ ਦੇ ਨਾਲ 10⁻⁻12 ਜਿਹੜੀ ਜ਼ਿਆਦਾ ਛੋਟੀ ਟਰਮ ਆ। ਸੋ ਇਹਦਾ ਵੀ C ਆਨਸਰ ਆ ਜਾਏਗਾ, ਫਰਮੀ। 69th ਦੇਖੋ ਬੱਚੇ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਯੂਨਿਟ ਆਫ ਟਾਈਮ। ਇਹਨਾਂ ਵਿੱਚੋਂ ਕਿਹੜੇ ਯੂਨਿਟਸ ਟਾਈਮ ਦੇ ਨਹੀਂ ਆ? ਆਰਸ ਤਾਂ ਹੈਗਾ ਹੀ ਬੱਚੇ, ਘੰਟੇ ਟਾਈਮ ਆ। ਨੈਨੋ ਸੈਕਿੰਡਸ ਇਜ਼ ਆਲਸੋ ਟਾਈਮ। ਮਾਈਕਰੋ ਸੈਕਿੰਡ ਵੀ ਟਾਈਮ ਆ। ਲਾਈਟ ਈਅਰ ਕੀ ਆ? ਤੁਹਾਡਾ ਡਿਸਟੈਂਸ ਆ। ਸੋ ਲਾਈਟ ਈਅਰ ਕੀ ਹੋ ਗਿਆ? ਇਹ ਯੂਨਿਟਸ ਨਹੀਂ ਆ। ਨੈਕਸਟ ਆ ਲਾਈਟ ਈਅਰ ਇਜ਼ ਅ ਯੂਨਿਟ ਆਫ, ਦਿਸ ਇਜ਼ ਦ ਮੋਸਟ ਇੰਪੋਰਟੈਂਟ, ਕਿ ਲਾਈਟ ਈਅਰ ਇਜ਼ ਅ ਯੂਨਿਟ ਆਫ ਡਿਸਟੈਂਸ ਜਾਂ ਫਿਰ ਲੈਂਥ। ਸੋ ਇਹਦਾ ਆਨਸਰ ਆ ਜਾਏਗਾ C। ਨੈਕਸਟ ਆ ਵਿਚ 1 ਇਜ਼ ਨਾਟ ਅ ਯੂਨਿਟ ਆਫ ਟਾਈਮ। ਇਹਨਾਂ ਵਿੱਚੋਂ ਟਾਈਮ ਦੇ ਯੂਨਿਟਸ ਕਿਹੜੇ ਨਹੀਂ ਆ? ਨੰਬਰ 1 ਇਜ਼ ਅ ਲੀਪ ਈਅਰ। ਲੀਪ ਈਅਰ ਬੱਚੇ ਅਸੀਂ ਪੂਰੇ ਜਿਹੜਾ ਜਿਸ ਸਾਲ ਦੇ ਵਿੱਚ 365 ਦੀ ਬਜਾਏ 66 ਡੇਜ਼ ਹੋਣ, 366 ਡੇਜ਼ ਹੋਣ, ਉਹਨੂੰ ਲੀਪ ਈਅਰ ਕਹਿੰਦੇ ਆ। ਮਤਲਬ ਇਹ ਵੀ ਟਾਈਮ ਹੈ ਇੱਕ ਤਰ੍ਹਾਂ ਦਾ। ਈਅਰ ਵੀ ਤੁਹਾਡਾ ਟਾਈਮ ਆ। ਸ਼ੇਕ ਵੀ ਬੱਚੇ ਤੁਹਾਡਾ ਟਾਈਮ ਆ। ਲਾਈਟ ਈਅਰ ਕੀ ਆ? ਡਿਸਟੈਂਸ ਦੇ ਯੂਨਿਟਸ ਆ। ਸੋ ਲਾਈਟ ਈਅਰ ਇਜ਼ ਦ ਰਾਈਟ ਆਨਸਰ। ਨੈਕਸਟ ਆ ਦ ਵੋਲਿਊਮ ਆਫ ਅ ਕਿਊਬ ਇਨ ਮੀਟਰ ਕਿਊਬ ਇਜ਼ ਇਕੁਅਲ ਟੂ ਦ ਸਰਫੇਸ ਏਰੀਆ ਆਫ ਕਿਊਬ ਇਨ ਮੀਟਰ ਸਕੇਅਰ। ਦ ਵੋਲਿਊਮ ਆਫ ਕਿਊਬ, ਤਾਂ ਵੋਲਿਊਮ ਜਿਹੜਾ ਕਿਊਬ ਦਾ ਉਹ ਕਿੰਨਾ ਹੋਏਗਾ? ਸਮਝਣ ਦੇ ਲਈ ਸਭ ਤੋਂ ਪਹਿਲਾਂ ਇੱਕ ਕਿਊਬ ਬਣਾ ਲਿਆ ਸੀ। ਠੀਕ ਹੈ, ਅਸੀਂ ਲਿਖਿਆ ਸਾਈਡਸ ਆਫ ਅ ਲੈਂਥ ਆਫ ਕਿਊਬ। ਕਿਊਬ ਦਾ ਜੋ ਲੈਂਥ ਆ ਅਸੀਂ ਲਿਖ ਲਈ L ਜਾਂ ਫਿਰ A। ਦੈਨ ਟੋਟਲ ਸਰਫੇਸ ਆਫ ਏਰੀਆ ਕਿੰਨਾ ਹੋਏਗਾ? 6A²। ਹੁਣ ਬੱਚੇ ਅਕੋਰਡਿੰਗ ਟੂ ਕੁਐਸਚਨ ਉਹਨਾਂ ਨੇ ਕਿਹਾ ਕਿ ਜਿਹੜਾ 6A² ਆ ਉਹ A³ ਦੇ ਇਕੁਅਲ ਹੈ। A³ ਦੇ ਇਕੁਅਲ ਅਸੀਂ ਕਰ ਦਿੱਤਾ ਇਕੁਅਲ। ਇੱਕ A² ਬੱਚੇ ਇੱਕ A ਦੇ ਨਾਲ ਕੈਂਸਲ ਹੋ ਗਿਆ। ਸੋ A ਦਾ ਆਨਸਰ ਕਿੰਨਾ ਆ ਗਿਆ ਤੁਹਾਡੇ ਕੋਲ? 6। ਠੀਕ ਹੈ ਜੀ, A ਦਾ ਆਨਸਰ ਤੁਹਾਡੇ ਕੋਲ ਕਿੰਨਾ ਆ ਗਿਆ? 6। ਉਹਨਾਂ ਨੇ ਕਿਹਾ ਵੋਲੀਅਮ ਪਤਾ ਕਰੋ। ਬੱਚੇ ਵੋਲੀਅਮ ਕਿਹਦੇ ਇਕੁਅਲ ਹੁੰਦਾ? ਲੈਂਥ ਇੰਟੂ ਬ੍ਰੈਥ ਇੰਟੂ ਹਾਈਟ। ਜਾਂ ਫਿਰ ਲਿਖ ਸਕਦੇ ਹਾਂ A³, ਕਿਉਂਕਿ ਅਸੀਂ ਹਰ ਜਗ੍ਹਾ 'ਤੇ ਇੱਥੇ A ਲਿਖ ਰਹੇ ਹਾਂ। ਠੀਕ ਹੈ, ਇਹਦਾ ਮਤਲਬ 6 ਦਾ ਕਿਊਬ ਆ ਗਿਆ। ਜਦੋਂ 6 ਨੂੰ 3 ਟਾਈਮਸ ਮਲਟੀਪਲਾਈ ਕਰਾਂਗੇ, 6 6 ਆ 36, 36 ਇੰਟੂ 6 216। ਸੋ 216 ਜਿਹੜਾ ਸਾਡਾ ਫਾਈਨਲ ਆਨਸਰ ਆ ਜਾਏਗਾ। ਸੋ ਬੱਚੇ ਆਪਸ਼ਨ ਚੈੱਕ ਕਰ ਸਕਦੇ ਹਾਂ। 72 ਦਾ ਸਾਡਾ ਆਨਸਰ ਆ ਗਿਆ B ਆਪਸ਼ਨ। ਡਨ। ਅੱਗੇ ਚੱਲਦੇ ਹਾਂ। ਵਿਚ of the following quantity is expressed as a force per unit area। force per unit area ਬੱਚੇ ਪ੍ਰੈਸ਼ਰ ਜਿਹੜਾ ਆ ਉਹ ਡਿਨੋਟ ਕਰਦਾ ਆ। ਸੋ ਆਨਸਰ ਆ ਜਾਏਗਾ B ਆਪਸ਼ਨ, ਪ੍ਰੈਸ਼ਰ। ਨੈਕਸਟ ਹੈ ਇਨ ਦ ਇਕੁਏਸ਼ਨ, ਸਾਨੂੰ ਇੱਕ ਇਕੁਏਸ਼ਨ ਗਿਵਨ ਆ। ਉਹ ਕਹਿ ਰਿਹਾ ਕਿ A ਜਿਹੜਾ ਆ ਪਤਾ ਕਰੋ। ਜਦੋਂ ਬੱਚੇ ਇੱਦਾਂ ਦੀ ਟਰਮ ਪਤਾ ਕਰਨੀ ਹੁੰਦੀ ਅਸੀਂ A B ਕੌਨਸਟੈਂਟ ਵਿੱਚ ਕੰਸੀਡਰ ਨਹੀਂ ਕਰਨੇ। B ਵਾਲਾ ਕੌਨਸਟੈਂਟ ਟਰਮ ਅਸੀਂ ਨਹੀਂ ਕੰਸੀਡਰ ਕਰਾਂਗੇ। ਸੋ P + AB A ਡਿਵਾਈਡਡ ਬਾਈ V² ਇਜ਼ ਇਕੁਅਲਸ ਟੂ ਕੌਨਸਟੈਂਟ ਆ। ਠੀਕ ਹੈ, ਕੌਨਸਟੈਂਟ ਮੀਨਸ ਅਸੀਂ 0 ਲਵਾਂਗੇ। ਸੋ ਆ ਜਾਏਗਾ A V² ਇਜ਼ ਇਕੁਅਲਸ ਟੂ P। ਉੱਧਰ ਚਲਾ ਗਿਆ ਤਾਂ ਬੱਚੇ P ਇੱਦਾਂ ਆ ਗਿਆ। ਸੋ A ਕਿਹਦੇ ਇਕੁਅਲ ਆ ਗਿਆ? PV²। ਠੀਕ ਹੈ ਜੀ। ਹੁਣ P ਦੇਖੋ, P ਦੇ ਤੁਹਾਡੇ ਕਾਹਦੇ ਵਿੱਚ ਮੈਜਰ ਕੀਤਾ ਜਾਂਦਾ? ਡਾਇਨ ਦੇ ਵਿੱਚ।
ਵੋਲੀਅਮ ਸੈਂਟੀਮੀਟਰ ਸਕੇਅਰ ਦੇ ਵਿੱਚ, ਕਿਉਂਕਿ ਇੱਥੇ ਸਕੇਅਰ ਆ ਤਾਂ ਸੈਂਟੀਮੀਟਰ ਦੀ ਪਾਵਰ 4 ਆ ਜਾਏਗਾ, ਸੋ ਬੀ ਆਂਸਰ ਆ ਜਾਏਗਾ। ਇਹਦਾ ਕੀ ਆ ਡਾਇਨ, ਇਹਦਾ ਕੀ ਸੀ ਸੈਂਟੀਮੀਟਰ ਸਕੇਅਰ, ਸੋ ਇੱਧਰ ਵੀ ਸਕੇਅਰ ਆ ਜਾਏਗਾ ਵੋਲੀਅਮ ਦੇ ਵਿੱਚ, ਠੀਕ ਹੈ। 4 2 2 ਆ 4, ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਦੇਖੋ 75th, ਹਾਊ ਮੈਨੀ ਵੇਵਲੈਂਥ ਆਫ KR86 ਆਰ ਦੇਅਰ ਇਨ ਅ 1 ਮੀਟਰ। ਸੋ ਬੱਚੇ ਪੰਜਾਬ ਬੋਰਡ ਦੇ ਅਕੋਰਡਿੰਗਲੀ ਇਹ ਕੁਐਸਚਨ ਥੋੜ੍ਹਾ ਘੱਟ ਇੰਪੋਰਟੈਂਟ ਆ, ਤੁਸੀਂ ਸਕਿਪ ਵੀ ਕਰ ਸਕਦੇ ਆ। ਸੋ ਸਿੰਪਲ ਇਹਦੀ ਜਿਹੜਾ ਆਂਸਰ ਹੈ ਉਹ ਬੀ ਆਪਸ਼ਨ ਹੈ। ਨੈਕਸਟ ਆ 1 ਨੈਨੋਮੀਟਰ ਇਜ਼ ਇਕੁਅਲਸ ਟੂ, ਜਿਹੜਾ 1 ਨੈਨੋਮੀਟਰ ਆ ਉਹ 10⁻⁻9 ਮੀਟਰ ਦੇ ਇਕੁਅਲ ਹੈ। ਲਾਈਟ ਈਅਰ ਇਜ਼ ਅ ਯੂਨਿਟ ਆਫ ਡਿਸਟੈਂਸ ਜਾਂ ਫਿਰ ਲੈਂਥ। ਪਰਸੈਂਟ ਇਜ਼ ਅ ਯੂਨਿਟ ਆਫ, ਬੱਚੇ ਇਹਦੇ ਨਾਲ ਵੀ ਜਿਹੜਾ ਅਸੀਂ ਡਿਸਟੈਂਸ ਹੀ ਮੈਜਰ ਕਰਦੇ ਹਾਂ, ਸੋ ਆਂਸਰ ਆ ਜਾਏਗਾ ਡਿਸਟੈਂਸ ਡੀ। ਨੈਕਸਟ ਆ ਲੈਂਥ ਕੈਨ ਨਾਟ ਬੀ ਮੈਜਰਡ ਬਾਈ, ਲੈਂਥ ਅਸੀਂ ਕਿਹਦੇ ਨਾਲ ਮੈਜਰ ਨਹੀਂ ਕਰ ਸਕਦੇ, ਫਰਮੀ ਨਾਲ ਕਰ ਸਕਦੇ ਹਾਂ, ਡਿਬੇ ਦੇ ਨਾਲ ਅਸੀਂ ਨਹੀਂ ਕਰ ਸਕਦੇ, ਸੋ ਇਹਦਾ ਸਿੱਧਾ ਆਂਸਰ ਆ ਜਾਏਗਾ। ਦ ਡਿਫਰੈਂਸ ਇਨ ਦ ਲੈਂਥ ਆਫ ਅ ਮੀਨ ਸੋਲਰ ਡੇ ਐਂਡ ਅ ਸਡਨ ਡੇ ਇਜ਼ ਅਬਾਊਟ, ਸੋ ਬੱਚੇ ਇਹਦਾ ਆਂਸਰ ਵੀ ਆ ਜਾਏਗਾ 4 ਮਿੰਟ। ਸੋ ਇਹਨਾਂ ਦੋਨਾਂ ਦੇ ਵਿਚਕਾਰ 4 ਮਿੰਟ ਦਾ ਜਿਹੜਾ ਆ ਡਿਫਰੈਂਸ ਹੁੰਦਾ ਆ। ਨੈਕਸਟ ਆ ਲੈਂਥ ਮਾਸ ਔਰ ਟਾਈਮ ਦੇ ਅਸੀਂ MCQs ਕਰਨ ਜਾ ਰਹੇ ਹਾਂ, ਜਿਹੜਾ ਕਿ ਚੈਪਟਰ ਨੰਬਰ ਤੁਹਾਡਾ 3rd ਹੈ। ਇਹਦੇ ਵਿੱਚ ਕੁਐਸਚਨ ਦੇਖੋ ਬੱਚੇ, ਸੋਨਾਰ ਅਮਿਟਸ ਵਿਚ ਆਫ ਦ ਫੋਲੋਇੰਗ ਵੇਵਸ, ਜਿਹੜੀਆਂ ਸੋਨਾਰ ਆ ਉਹ ਕਿਹੜੀਆਂ ਵੇਵਸ ਜਿਹੜੀਆਂ ਆ ਅਮਿਟ ਕਰਦਾ, ਉਹ ਅਲਟਰਾ ਵਾਇਲਟ ਜਿਹੜੀਆਂ ਅਲਟਰਾਸੋਨਿਕ ਰੇਜ਼ ਹੁੰਦੀਆਂ ਉਹਨਾਂ ਨੂੰ ਅਮਿਟ ਕਰਦਾ। ਸੋ ਆਂਸਰ ਦੇਖ ਲਓ ਬੱਚੇ, ਰੇਡੀਓ, ਲਾਈਟ, ਅਲਟਰਾਸੋਨਿਕ, ਸੋ ਸੀ ਆਪਸ਼ਨ ਆ ਜਾਏਗਾ ਅਲਟਰਾਸੋਨਿਕ। ਨੈਕਸਟ ਆ ਗ੍ਰੈਵੀਟੇਸ਼ਨਲ ਮਾਸ ਇਜ਼ ਅ ਪ੍ਰੋਪੋਰਸ਼ਨਲ ਟੂ ਗ੍ਰੈਵੀਟੇਸ਼ਨ, ਸੋ ਜਿਹੜਾ ਗ੍ਰੈਵੀਟੇਸ਼ਨ ਮਾਸ ਆ ਬੱਚੇ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨ ਹੋ ਜਾਂਦਾ, ਸਾਨੂੰ ਪਤਾ FK ਦੇ ਇਕੁਅਲ ਆਉਂਦਾ G(m1)(m2) ਡਿਵਾਈਡਡ ਬਾਈ r²। ਸੋ G ਜਿਹੜਾ ਆ ਗ੍ਰੈਵੀਟੇਸ਼ਨ ਫੋਰਸ ਆ, ਉਹ ਗ੍ਰੈਵੀਟੇਸ਼ਨ ਮਾਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ, ਗ੍ਰੈਵੀਟੇਸ਼ਨ ਫੋਰਸ, ਸੋ ਬੀ ਆਪਸ਼ਨ ਆ ਜਾਏਗਾ ਗ੍ਰੈਵੀਟੇਸ਼ਨ ਫੋਰਸ। ਨੈਕਸਟ ਆ ਬੱਚੇ ਵਰਨੀਅਰ ਕੈਲੀਪਰ, ਵਰਨੀਅਰ ਕੈਲੀਪਰ ਜਿਹੜਾ ਆ ਆਪਣਾ ਨਹੀਂ ਸਿਲੇਬਸ ਦੇ ਵਿੱਚ ਹੈਗਾ, ਠੀਕ ਹੈ, ਇਹ ਤੁਹਾਡਾ ਪ੍ਰੈਕਟੀਕਲ ਦੇ ਵਿੱਚ ਆ, ਸੋ ਵਰਨੀਅਰ ਕੈਲੀਪਰ ਜਿਹੜਾ ਆਪਾਂ ਸਕਿਪ ਕਰਾਂਗੇ। ਨੈਕਸਟ ਆ ਆਰਡਰ ਆਫ ਮੈਗਨੀਟਿਊਡ ਆਫ 10⁻6 + 10⁻3 ਇਜ਼, ਆਰਡਰ ਆਫ ਮੈਗਨੀਟਿਊਡ ਮਤਲਬ ਜਿਹੜੀ ਤੁਹਾਡੀ ਮੈਕਸੀਮਮ ਟਰਮ ਹੈ ਜਿਹਦੀ ਪਾਵਰ ਜ਼ਿਆਦਾ ਹੋਏਗੀ, ਜਿੱਦਾਂ 10⁻6 ਆ ਬੱਚੇ, ਇਹ ਡਿਗਰੀ ਜਿਹੜੀ ਆ ਗ੍ਰੇਟਰ ਆ, ਸੋ ਇਹਦਾ ਆਂਸਰ ਆ ਜਾਏਗਾ 10⁻6 ਜਿਹੜਾ ਮੈਕਸੀਮਮ ਆ, ਕਿਉਂਕਿ 10⁻6 + 10⁻3 ਨੂੰ ਅਸੀਂ ਹੋਰ ਐਡ ਨਹੀਂ ਕਰ ਸਕਦੇ। ਅਗਰ ਐਡ ਕਰ ਵੀ ਦੇਵਾਂਗੇ ਮਤਲਬ 1 ਦੇ ਪਿੱਛੇ 1000 6 ਜ਼ੀਰੋਜ਼ ਲਗਾ ਕੇ, ਠੀਕ ਹੈ, ਸੋ ਇਹਦੇ ਪਿੱਛੇ 3 ਜ਼ੀਰੋਜ਼ ਲਗਾ ਕੇ, ਤਾਂ ਵੀ ਬੱਚੇ ਉਹਦੀ ਜਿਹੜੀ ਪਾਵਰ ਆ ਉਹ ਇੰਨੀ ਮੈਕਸੀਮਮ ਰਹੇਗੀ, ਸੋ 10⁻6। ਆਰਡਰ ਆਫ ਮੈਗਨੀਟਿਊਡ ਆਫ ਹਿਊਮਨ ਲਾਈਫ ਇਜ਼, ਜਿਹੜੀ ਹਿਊਮਨ ਲਾਈਫ ਆ ਉਹਦੀ ਜ਼ਿੰਦਗੀ ਕਿੰਨੀ ਆ, ਆਪਾਂ ਸਿੰਪਲ ਕਹਿ ਦਿੰਦੇ ਹਾਂ ਕਿ 60-70 ਸਾਲ ਜਿਹੜਾ ਬੰਦਾ ਜੀ ਸਕਦਾ ਆ, ਠੀਕ ਹੈ। 60-70 ਸਾਲ ਨੂੰ ਸੈਕਿੰਡਸ ਦੇ ਵਿੱਚ ਕਨਵਰਟ ਕਰਾਂਗੇ ਤਾਂ 10⁻9 ਸੈਕਿੰਡ ਆ ਜਾਏਗਾ। ਕਲੀਅਰ ਹੋ ਗਿਆ। ਨੈਕਸਟ ਦੇਖੋ ਵਰਨੀਅਰ ਕੈਲੀਪਰ ਦਾ ਕੁਐਸਚਨ ਆ, ਸੋ ਇਹਨੂੰ ਸਕਿਪ ਕਰ ਦਿਓ। ਨੈਕਸਟ ਦੇਖੋ ਡਿਮੈਂਸ਼ਨਲ ਅਨਾਲਿਸਿਸ, ਬੱਚੇ ਡਿਮੈਂਸ਼ਨਲ ਅਨਾਲਿਸਿਸ ਤੁਹਾਡੇ ਪੇਪਰ ਦੇ ਵਿੱਚ ਇੰਪੋਰਟੈਂਟ ਹੈ। ਦੇਖੋ ਦ ਡਿਮੈਂਸ਼ਨਸ ਆਫ ਮਟੀਰੀਅਲ ਇਨ CGS ਸਿਸਟਮ, CGS ਦਾ ਮਤਲਬ C ਮਤਲਬ ਸੈਂਟੀਮੀਟਰ, G ਮਤਲਬ ਗ੍ਰਾਮ, S ਮਤਲਬ ਸੈਕਿੰਡਸ, ਸੋ ਇਹਨੂੰ ਬੱਚੇ ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖ ਲੈਣਾ CGS ਦਾ ਮਤਲਬ, ਤਾਂ ਕਿ ਤੁਹਾਨੂੰ ਈਜ਼ੀਲੀ ਯਾਦ ਰੱਖੇ ਰਵੇ। ਸੈਂਟੀਮੀਟਰ, ਗ੍ਰਾਮ, S ਦਾ ਮਤਲਬ ਕੀ ਆ ਸੈਕਿੰਡਸ, ਠੀਕ ਹੈ। ਉਹਦੇ ਵਿੱਚ ਉਹਨਾਂ ਨੇ ਯੂਨਿਟ ਦਿੱਤੇ ਹੋਏ ਆ 4 ਗ੍ਰਾਮ ਪਰ ਸੈਂਟੀਮੀਟਰ ਕਿਊਬ। In a system of unit in which the unit of length is 10 centimeter and a unit of mass is 100 gram, the value of density of material is, ਸੋ ਇੱਦਾਂ ਦੇ ਬੱਚੇ ਜਿਹੜੀ ਅਸੀਂ ਮਟੀਰੀਅਲ ਦਾ ਜਿਹੜਾ ਆਂਸਰ ਫਾਈਂਡ ਆਊਟ ਕਰਨਾ ਆ, ਸੋ ਥੋੜ੍ਹਾ ਜਿਹਾ ਲੈਂਥੀ ਆ ਬੱਚੇ, ਇਹਨੂੰ ਆਪਾਂ ਸੋਲਵ ਕਰਕੇ ਦੇਖਦੇ ਹਾਂ। ਤੁਸੀਂ ਫਾਰਮੂਲਾ ਦੇਖਿਆ ਹੋਣਾ N1 = N1, N2 = N1, M1 M2 ਦੀ ਪਾਵਰ A, L1/L2 ਦੀ ਪਾਵਰ B, T1 / T2 ਦੀ ਪਾਵਰ C, ਠੀਕ ਹੈ ਜੀ। ਸੋ ਇੱਥੇ ਬੱਚੇ ਉਹਨਾਂ ਨੇ ਡੈਂਸਿਟੀ ਕਿਹਾ, ਡੈਂਸਿਟੀ ਕਿਹਦੇ ਇਕੁਅਲ ਹੁੰਦਾ ਆ ML-3, ਸੋ M ਦੀ ਪਾਵਰ 1 ਹੈ, ਸੋ ਇੱਥੇ ਆ ਜਾਏਗੀ 1, B ਦੀ ਪਾਵਰ -3 ਔਰ C ਇੱਥੇ ਨਹੀਂ ਹੈ ਤਾਂ ਆ ਜਾਏਗਾ 0, ਜਿਹਦੀ ਪਾਵਰ 0 ਹੋਏਗੀ ਮਤਲਬ ਉਹ ਵਾਲੀ ਟਰਮ ਖਤਮ ਹੋ ਗਈ, ਜਾਂ ਉਹ ਵਾਲੀ ਟਰਮ ਜਿਹੜੀ ਆ 1 ਦੇ ਇਕੁਅਲ ਆ ਗਈ। ਹੁਣ ਦੇਖੋ ਤੁਹਾਡੇ ਕੋਲ ਆਹ ਵਾਲੀਆਂ ਟਰਮਸ ਆ, M1 ਦੀ ਵੈਲਿਊ ਕੀ ਉਹਨਾਂ ਨੇ ਕਿਹਾ 1 ਗ੍ਰਾਮ, ਠੀਕ ਹੈ, 1 ਗ੍ਰਾਮ ਅਸੀਂ ਲਿਖ ਦਿੱਤਾ 1 ਗ੍ਰਾਮ।
M2 ਦੀ ਵੈਲਿਊ, ਹੁਣ M2 ਦੀ ਵੈਲਿਊ ਬੱਚੇ ਤੁਹਾਨੂੰ ਕਿੰਨੀ ਦਿੱਤੀ ਹੋਈ ਆ ਕਿ ਕੱਚ ਕਨਵਰਟ ਕਰਨੀ ਆ 100 ਗ੍ਰਾਮ ਦੇ ਵਿੱਚ। ਸੋ ਆਪਾਂ ਇੱਥੇ ਪੁੱਟ ਕਰ ਦਿੱਤਾ 100 ਗ੍ਰਾਮ। L1 ਦੀ ਵੈਲਿਊ ਬੱਚੇ ਕਿੰਨੀ ਹੁੰਦੀ ਹੈ, L1 ਇਜ਼ 1 ਸੈਂਟੀਮੀਟਰ ਔਰ L2 ਤੁਹਾਨੂੰ ਕਿੰਨੀ ਗਿਵਨ ਹੈ 10 ਸੈਂਟੀਮੀਟਰ। ਸੋ ਅਸੀਂ ਪੁੱਟ ਕਰ ਦਿੱਤਾ 10 ਸੈਂਟੀਮੀਟਰ। ਸੋ ਆ ਸਾਰੀ ਬੱਚੇ ਟਰਮ ਨੂੰ ਸੋਲਵ ਕਰਕੇ ਦੇਖੋ, N1 ਦੀ ਵੈਲਿਊ ਤੁਹਾਨੂੰ ਕਿੰਨੀ ਗਿਵਨ ਆ 4। ਸੋ ਇੱਥੇ ਪੁੱਟ ਕਰ ਦਿੱਤਾ 4। ਸੋ N2 ਇਜ਼ ਇਕੁਅਲਸ ਟੂ 4 ਗ੍ਰਾਮਸ ਦੇ ਨਾਲ ਗ੍ਰਾਮ ਕੈਂਸਲ, ਇਹਦੀ ਪਾਵਰ ਕਿੰਨੀ ਸੀ 1। ਸੋ 1/100 ਉੱਪਰ ਚਲਾ ਗਿਆ ਤਾਂ -2। ਬੱਚੇ 2 ਜ਼ੀਰੋਜ਼ ਆ ਉੱਪਰ ਚਲਾ ਜਾਣਗੀਆਂ ਤਾਂ 2 ਜ਼ੀਰੋਜ਼ ਮਤਲਬ ਕਿ 10 ਦੀ ਪਾਵਰ 2, ਨੀਚੇ ਉੱਪਰ ਗਿਆ ਤਾਂ -2। ਠੀਕ ਹੈ, ਅੱਗੇ ਕੀ ਆ 10 ਦੀ ਪਾਵਰ ਉੱਪਰ ਕਿੰਨੀ ਹੈ 3, ਇਹਦਾ ਮਤਲਬ 10 ਦੀ ਪਾਵਰ 3, ਕਿਉਂਕਿ 10 ਉੱਪਰ ਚਲਾ ਜਾਏਗਾ ਤਾਂ -3 ਹੋ ਜਾਏਗਾ। ਠੀਕ ਹੈ, ਸੋ ਇੱਥੇ ਤੱਕ ਬੱਚੇ ਸਭ ਨੂੰ ਕਲੀਅਰ ਹੋ ਗਿਆ ਵੀ ਕੀ ਕਰ ਰਹੇ ਆ। ਬੱਚੇ ਇੱਥੇ -3 ਆ, ਮਾਈਨਸ ਦੇ ਨਾਲ ਮਾਈਨਸ ਕੱਟਿਆ ਗਿਆ, ਇੱਥੇ ਪਲੱਸ ਆ ਜਾਏਗਾ। ਠੀਕ ਹੈ, ਇੱਥੇ ਆ ਗਿਆ 4 × 10⁻, ਪਲੱਸ ਵੈਨ ਬੇਸਿਸ ਆ ਸੇਮ ਦੈਨ ਪਾਵਰਸ ਆਰ ਐਡਿਡ। 3 ਵਿੱਚੋਂ 2 ਗਏ ਤਾਂ 1, ਮਤਲਬ ਕਿ 40 ਜਿਹੜਾ ਤੁਹਾਡਾ ਆਨਸਰ ਆ ਜਾਏਗਾ। ਸੋ ਆਪਸ਼ਨ ਨੰਬਰ C ਆ ਜਾਏਗੀ ਤੁਹਾਡੀ 40। ਨੈਕਸਟ ਆ ਵਿਚ ਆਫ ਦਾ ਫੋਲੋਇੰਗ ਹੈਜ਼ ਅ ਡਿਮੈਂਸ਼ਨਸ ਆਫ ਪ੍ਰੈਸ਼ਰ। ਪ੍ਰੈਸ਼ਰ ਦੇ ਜਿਹੜੇ ਡਿਮੈਂਸ਼ਨਸ ਆ ਉਹ ਕਿਹਦੇ ਇਕੁਅਲ ਹੁੰਦੀ ਆ। ਸੋ ਪ੍ਰੈਸ਼ਰ ਬੱਚੇ ਕਿਹਦੇ ਇਕੁਅਲ ਹੁੰਦਾ, ਫੋਰਸ ਓਵਰ। ਸੋ 89th ਦਾ ਤੁਹਾਡਾ ਆਨਸਰ ਆ ਜਾਏਗਾ C ਆਪਸ਼ਨ। ਠੀਕ ਹੈ, ਸੋ C ਆਪਸ਼ਨ ਇਜ਼ ਦਾ ਰਾਈਟ ਆਨਸਰ। 90th ਦੇਖੋ, if the dimensions of the physical quantity are given as this, then the physical quantities will be। so physical quantities ਜਿਹੜੀਆਂ ਆ ਉਹ ਕਿਹਦੇ ਇਕੁਅਲ ਹੋਏਗੀ। ਹੁਣ ਬੱਚੇ ਫਸਟ ਨੰਬਰ 'ਤੇ ਕੀ ਆ, ਵੈਲੋਸਿਟੀ। ਵੈਲੋਸਿਟੀ ਕੀ ਹੁੰਦਾ, LT-1। ਠੀਕ ਹੈ, ਮਤਲਬ ਕਿ M0 ਹੈ ਇੱਥੇ, ਜਦ ਕਿ ਉਹਨਾਂ ਨੇ ਕਿਹਾ A ਦੀ ਵੈਲਿਊ ਕਿੰਨੀ ਆ 1। ਸੋ ਆਹ ਗਲਤ ਆ, ਹੋ ਨਹੀਂ ਸਕਦੀ। ਐਕਸਲਰੇਸ਼ਨ ਕਿਹਦੀ ਇਕੁਅਲ ਹੁੰਦੀ ਹੈ, LT-2। ਸੋ ਇਹਦੇ ਵਿੱਚ ਕੀ ਆਏਗਾ M0L1, ਮਤਲਬ A ਦੀ ਵੈਲਿਊ 0 ਆਉਣੀ ਚਾਹੀਦੀ ਸੀ, B ਦੀ ਵੈਲਿਊ 1 ਅਤੇ C ਦੀ ਵੈਲਿਊ -2। ਸੋ ਇੱਦਾਂ ਨਹੀਂ ਆ, ਕਿਉਂਕਿ ਇੱਥੇ A ਦੀ ਵੈਲਿਊ 1 ਲਿਖਿਆ ਹੋਇਆ ਜਦ ਕਿ 0 ਆ। ਸੋ ਇਹ ਵੀ ਨਹੀਂ ਹੋ ਸਕਦੀ। ਫੋਰਸ ਕਿਹਦੇ ਇਕੁਅਲ ਹੁੰਦਾ, MLT-2। ਇਹਦਾ ਮਤਲਬ M ਦੀ ਪਾਵਰ 1, L ਦੀ ਪਾਵਰ 1, A is 1, A is equals to 0 ਲਿਖਿਆ ਹੋਇਆ ਤਾਂ ਇਹ ਵੀ ਗਲਤ ਆ। ਨੈਕਸਟ ਆ ਪ੍ਰੈਸ਼ਰ। ਪ੍ਰੈਸ਼ਰ ਬੱਚੇ ਕਿਹਦੇ ਇਕੁਅਲ ਹੁੰਦਾ ਆ, ML-1 T-2। ਇਹਦਾ ਮਤਲਬ A ਦੀ ਵੈਲਿਊ 1, B ਦੀ ਵੈਲਿਊ -1 ਔਰ C ਦੀ ਵੈਲਿਊ -2। ਸੋ ਆ ਬਿਲਕੁਲ ਸਹੀ ਹੈ। ਸੋ D ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਆ ਦ ਡਿਮੈਂਸ਼ਨ ਫਾਰਮੂਲਾ ਆਫ ਇੰਪਲਸ ਇਜ਼। ਸੋ ਇੰਪਲਸ ਦਾ ਬੱਚੇ ਫਾਰਮੂਲਾ ਕੀ ਹੁੰਦਾ, MLT-1। ਸੋ B ਆਪਸ਼ਨ ਆ ਜਾਏਗਾ MLT-1। ਨੈਕਸਟ ਆ ਡਿਮੈਂਸ਼ਨ ਫਾਰਮੂਲਾ ਇਜ਼ ਇੰਪਲਸ ਐਜ਼ ਅ ਸੇਮ ਐਜ਼ ਦੈਟ ਆਫ। ਬੱਚੇ ਇੰਪਲਸ ਜਿਹੜਾ ਫਾਰਮੂਲਾ ਆ ਉਹ ਕਿਹਦੇ ਇਕੁਅਲ ਹੈ। ਸੋ ਇੰਪਲਸ ਦਾ ਜਿਹੜਾ ਲੀਨੀਅਰ ਮੋਮੈਂਟਮ ਦੇ ਇਕੁਅਲ ਹੈ। ਸੋ ਸਾਡਾ 92 ਦਾ ਆਨਸਰ ਆ ਜਾਏਗਾ A। ਨੈਕਸਟ ਦੇਖੋ ਬੱਚੇ 93rd ਕੁਐਸਚਨ ਦੇਖੋ, ਵਿਚ ਵਨ ਆਫ ਦ ਫੋਲੋਇੰਗ ਗਰੁੱਪਸ ਹੈਜ਼ ਕੁਆਂਟੀਟੀਜ਼ ਦੈਟ ਡੂ ਨਾਟ ਹੈਵ ਦ ਸੇਮ ਡਿਮੈਂਸ਼ਨਸ। ਜਿਨ੍ਹਾਂ ਦੇ ਡਿਮੈਂਸ਼ਨਸ ਸੇਮ ਨਾ ਹੋਣ, ਇੱਦਾਂ ਦੀ ਕੁਆਂਟੀਟੀ ਦੇਖੋ। ਬੱਚੇ ਵੈਲੋਸਿਟੀ ਵੀ LT-1 ਆ, ਸਪੀਡ ਵੀ LT-1 ਆ। ਸੋ ਇਹ ਤਾਂ ਸੇਮ ਆ। ਨੈਕਸਟ ਆ ਪ੍ਰੈਸ਼ਰ। ਪ੍ਰੈਸ਼ਰ ਕੀ ਆ, ML-1 ਇੱਥੇ ਹੁਣੇ ਅਸੀਂ ਕਰਕੇ ਹਟੇ ਆ, ML-1 T-2। ਅਤੇ ਸਟਰੈਸ ਦੇ ਕੋਈ ਡਿਮੈਂਸ਼ਨਸ ਜਿਹੜੇ ਆ ਨਹੀਂ ਹੁੰਦੇ ਹੈਗੇ। ਠੀਕ ਹੈ, ਸੋ ਡਿਮੈਂਸ਼ਨਸ ਸਟਰੈਸ ਦੇ। ਨੈਕਸਟ ਕੁਐਸਚਨ ਦੇਖੋ, ਵਿਚ ਵਨ ਆਫ ਦ ਫੋਲੋਇੰਗ ਗਰੁੱਪ ਹੈਜ਼ ਦ ਕੁਆਂਟੀਟੀ that do not have the same dimensions। ਜਿਨ੍ਹਾਂ ਦੇ ਡਿਮੈਂਸ਼ਨਸ ਸੇਮ ਨਾ ਹੋਣ। ਨੰਬਰ 1 ਕੀ ਆ, ਸਪੀਡ ਐਂਡ ਵੈਲੋਸਿਟੀ। ਸਪੀਡ ਦੇ ਡਿਮੈਂਸ਼ਨ ਫਾਰਮੂਲੇ LT-1 ਹੁੰਦਾ ਔਰ ਵੈਲੋਸਿਟੀ ਵੀ LT-1 ਆ, ਮਤਲਬ ਦੋਨਾਂ ਦੇ ਸੇਮ ਆ। ਨੈਕਸਟ ਆ ਬੱਚੇ ਪ੍ਰੈਸ਼ਰ। ਪ੍ਰੈਸ਼ਰ ਕਿਹਦੇ ਇਕੁਅਲ ਹੁੰਦਾ ਹੈ, ML-1 T-2। ਠੀਕ ਹੈ, ਇਹਦਾ ਮਤਲਬ ਪ੍ਰੈਸ਼ਰ ਦੇ ਡਿਮੈਂਸ਼ਨ ਫਾਰਮੂਲਾ। ਦੈਨ ਸਟਰੈਸ ਦਾ ਫਾਰਮੂਲਾ ਕੀ ਹੁੰਦਾ ਹੈ, ਫੋਰਸ ਓਵਰ ਏਰੀਆ, ਦੈਟ ਇਜ਼ ML-1 T-2। ਇਹਦਾ ਮਤਲਬ ਪ੍ਰੈਸ਼ਰ ਔਰ ਸਟਰੈਸ ਦੇ ਜੋ ਡਿਮੈਂਸ਼ਨ ਫਾਰਮੂਲਾ ਉਹ ਵੀ ਸੇਮ ਆ। ਨੈਕਸਟ ਆ ਫੋਰਸ। ਫੋਰਸ ਕਿਹਦੇ ਇਕੁਅਲ ਹੁੰਦਾ, ML-2। ਕਿਹਦੇ ਇਕੁਅਲ ਹੁੰਦਾ, ML-2। ਜਦ ਕਿ ਇੰਪਲਸ ਕਿਹਦੇ ਇਕੁਅਲ ਹੁੰਦਾ ਹੈ, ML-1। ਇਹਦਾ ਮਤਲਬ ਦੋਨੋਂ ਅਲੱਗ ਅਲੱਗ ਆ। ਫੋਰਸ ਕੀ ਆ, ML-2 ਔਰ ਇੰਪਲਸ ਕੀ ਆ, ML-1। ਇਹਦਾ ਮਤਲਬ ਦੋਨੋਂ ਅਲੱਗ ਅਲੱਗ ਆ। ਸੋ C ਆਪਸ਼ਨ ਆ ਜਾਏਗੀ। ਵਰਕ ਐਂਡ ਐਨਰਜੀ ਦੋਨਾਂ ਦੇ ਸੇਮ ਡਿਮੈਂਸ਼ਨਸ ਹੁੰਦੇ ਆ। ਨੈਕਸਟ ਆ ਜਾਓ, ਡਿਮੈਂਸ਼ਨਸ ਆਫ ਟਾਰਕ ਆਰ। ਹੁਣ ਟਾਰਕ ਜਿਹੜਾ ਆ ਉਹਦਾ ਡਿਮੈਂਸ਼ਨ ਕਿਹਦੇ ਇਕੁਅਲ ਆਏਗਾ। ਹੁਣ ਬੱਚੇ ਤੁਹਾਨੂੰ ਟਾਓ ਪਤਾ, ਟਾਓ ਕਿਹਦੇ ਇਕੁਅਲ ਹੁੰਦੀ ਆ, ਫੋਰਸ ਇਨਟੂ ਡਿਸਪਲੇਸਮੈਂਟ। ਪਰਪੈਂਡੀਕੂਲਰ ਡਿਸਟੈਂਸ ਜਾਂ ਡਿਸਪਲੇਸਮੈਂਟ, ਦੈਟ ਇਜ਼ ML-2 ਔਰ ਡਿਸਟੈਂਸ ਕੀ ਹੈ L।
सो आ गया ml² t-2। सो देख लो ml² t-2 सी ऑप्शन इज़ द राइट आंसर। ठीक है, सो 94th का बच्चे सी आ जाएगा। 95th देखो, विच ऑफ द फॉलोइंग इज़ अ डिमेंशनल कॉन्सटेंट। डिमेंशनल कॉन्सटेंट बच्चे जिहड़ा ग्रेविटेशन कॉन्सटेंट आ उही जां प्लैंक्स कॉन्सटेंट आ, ये कॉन्सटेंट हुंदे आ। ਇੱਥੇ ਦਿੱਤੇ ਹੋਏ ਰਿਫਰੈਕਟਿਵ ਇੰਡੈਕਸ, ਪੋਇਜ਼ਨਸ ਰੇਸ਼ੋ, ਰਿਲੇਟਿਵ ਵੈਲੋਸਿਟੀ, ਇਹ ਡਿਮੈਂਸ਼ਨ ਕੌਂਸਟੈਂਟ ਨਹੀਂ ਆ। ਸੋ ਡੀ ਆਪਸ਼ਨ ਆ ਜਾਏਗਾ ਗ੍ਰੈਵਿਟੇਸ਼ਨਲ ਕੌਂਸਟੈਂਟ। ਠੀਕ ਹੈ, ਨੈਕਸਟ ਆ ਦ ਰੇਸ਼ੀਓ ਆਫ ਦ ਡਿਮੈਂਸ਼ਨਸ ਆਫ ਪਲੈਂਕਸ ਕੌਂਸਟੈਂਟ ਦੈਟ ਦ ਮੋਮੈਂਟ ਆਫ ਇਨਰਸ਼ੀਆ ਇਜ਼ ਦ ਡਿਮੈਂਸ਼ਨ ਆਫ। ਹੁਣ ਬੱਚੇ ਅਸੀਂ ਰੇਸ਼ੋ ਨਿਕਾਲਣੀ ਆ ਕਿਹਦੀ, ਪਲੈਂਕਸ ਕੌਂਸਟੈਂਟ ਡਿਵਾਈਡਡ ਬਾਈ मोमेंट ऑफ इनर्शिया। सो लिख लो प्लैंक्स कॉन्सटेंट डिवाइडेड बाय मोमेंट ऑफ इनर्शिया। हुण प्लैंक्स कॉन्सटेंट ते मोमेंट ऑफ इनर्शिया की वैल्यू पुट कर, सो ml² t-1, ml² t-1 और मोमेंट ऑफ इनर्शिया ml²। m दे नाल m कैंसल, l दे नाल l कैंसल, कल्ला t-1 रह गया विच इज़ फ्रिक्वेंसी। सो बी ऑप्शन आ जाएगी फ्रिक्वेंसी। नैक्सट है डिमेंशनस ऑफ प्लैंक्स कॉन्सटेंट इक्वल टू। ਹੁਣ प्लैंक्स कॉन्सटेंट आ बच्चे किहदे इक्वल है, एंगुलर मोमेंटम दे। सो सी ऑप्शन आ जाएगा एंगुलर मोमेंटम। नैक्सट है डिमेंशन फॉर्मूला ऑफ कोफिशिएंट ऑफ विस्कोसिटी। बच्चे कोफिशिएंट ऑफ विस्कोसिटी जिहड़ा तुसीं स्किप कर सकते हैं, अदरवाइज मैं आंसर दस दिंदी हाँ। बी ऑप्शन आएगा। एक्चुअली बच्चे हले कोफिशिएंट ऑफ विस्कोसिटी तुसीं 7th यूनिट दे विच पढ़ोगे, जो 7th यूनिट करोगे तद ही तुहानूं विस्कोसिटी का मतलब पता होएगा, फिर आएगा ये। ठीक है, नैक्सट है डिमेंशन फॉर्मूला ऑफ ग्रेविटेशनल कॉन्सटेंट। दिस इज़ मोस्ट इंपॉर्टेंट। ग्रेविटेशनल कॉन्सटेंट का जिहड़ा फॉर्मूला m-1 l³ t-2। नेक्स्ट क्वेश्चन इज ऑल्सो मोस्ट इंपॉर्टेंट क्वेश्चन। द वेलोसिटी v ऑफ अ पार्टिकल एट अ टाइम t इज़ गिवन बाय। हुण बच्चे ए बी सी कॉन्सटेंट आ, असीं ए बी सी की ही वैल्यू पता करनी है। सब तो पहला असीं ए की वैल्यू पता करते हैं, मतलब सी और बी और सी नूं स्किप कर दो। सो ए किहदे इक्वल आ जाएगा, वेलोसिटी ओवर टाइम। वेलोसिटी किहदे इक्वल है, LT-1 t। सो टी ऊपर चला जाएगा तो LT-2 बन गया, LT-2 बी ऑप्शन आ। ठीक है, बाकी जिहड़ा आ सी बी और सी भी तुसी सॉल्व करके देख सकते हैं। v इज़ इक्वल्स टू बी डिवाइडेड बाई टी प्लस, हुण सी ए तुसी ले नहीं सकते। जो तुसी बी और सी फाइंड आउट करने, सब तो पहला की करो, सी वाला पता कर लो, टी प्लस सी इज़ इक्वल्स टू 0। सो सी इज़ इक्वल्स टू टी, सीधा आ जाएगा सी इज़ इक्वल्स टू टी। सो सी इज़ इक्वल्स टू टी मतलब कि थोड़ा टी आ रहा। हुण इत्थे टी पुट करके जिहड़ा तुसी बी का वैल्यू पता कर लियो बच्चे, बी ऑप्शन जिहड़ा राइट आंसर आ जाएगा। नैक्सट आ डिमेंशनलैस क्वांटिटी। इन्हां दे विच्चों डिमेंशनलैस क्वांटिटी किहड़ी आ। नंबर 1 आ बच्चे नैवर हैज़ अ यूनिट, ऑलवेज हैज़ अ यूनिट, मे हैव अ यूनिट, does not exist। dimensionless quantity may have a unit, हो सकता वो यूनिट्स होण, हो सकता ना होण। सो सी ऑप्शन आ जाएगा। नैक्सट देखो अ यूनिटलैस क्वांटिटी, जी एक यूनिटलैस क्वांटिटी आ वो की होएगी बच्चे, यूनिटलैस क्वांटिटी जिद्दां जिहदी असीं रेशो निकालते हैं, जिद्दां पॉइजनस रेशो होगी। ठीक है, जिन्हां दा कोई यूनिट्स नहीं होंदे, ऑलवेज हैज़ अ नॉन जीरो डिमेंशनस। ऑलवेज उन्होंने क्या, ऑलवेज नहीं होंदा। मे हैव अ नॉन जीरो डिमेंशनस, मे हैव मतलब हो सकता उहदा नॉन जीरो होवे। नैवर हैज़ अ नॉन जीरो डिमेंशनस, नैवर मतलब कदे भी नहीं हो सकता। सो सी ऑप्शन इज़ द राइट आंसर। नैक्सट आ चूज द करैक्ट स्टेटमेंट। करैक्ट स्टेटमेंट जिहड़ी असीं चूज करनी आ, ऑल क्वांटिटीज़ मे बी रिप्रजेंटेड डिमेंशनली इन टर्म्स ऑफ द बेसिक क्वांटिटीज़। सो ए ऑप्शन जिहड़ा करैक्ट है। अ फिजिकल क्वांटिटी कैन नॉट बी रिप्रजेंट डिमेंशनली इन टर्म्स ऑफ अ रेस्ट ऑफ द बेस क्वांटिटीज़। सो ये गलत आ, कहते बेस क्वांटिटी कैन नॉट रिप्रजेंट नहीं कर सकते, जबकि कर भी सकते हुंदे आ। सो बी जिहड़ा आ गलत आ। नैक्सट देखो सी आ द डिमेंशनस ऑफ बेस यूनिट क्वांटिटीज़ इन अदर बेस क्वांटिटीज़ इज़ ऑलवेज 0। बच्चे सी भी जिहड़ा आ करैक्ट आ। सो इस क्वेश्चन दियां दो जड़ियां ऑप्शनस करैक्ट आ, ए एंड सी। ठीक है, नैक्सट देखो एन इक्वेशन इज़ अ गिवन हेयर। सो बच्चे इक्वेशन जिहड़ी गिवन आ, जिद्दां हुणे तुहानूं ABC वाला डिमेंशन फॉर्मूला करके दिखाया आ, उदा ही तुसी इनू सॉल्व करना है। सॉल्व करके बच्चे ए बी का जोड़ा आ, ए दी जी तुसी वैल्यू फाइंड आउट करनी आ। थीटा जोड़ा कॉन्सटेंट आ, वी भी कॉन्सटेंट आ। सो इनू विच नहीं लवांगे, सिर्फ आ लवांगे। सो ए इज़ इक्वल्स टू PV² आ जाएगा। ठीक है, सो ये डिमेंशनस पुट करके देख लेना, थोड़ा ए आंसर आ जाएगा। नैक्सट देखो बच्चे ये वाले सारे क्वेश्चन जोड़े थोड़े लेंथी आ, जोड़े आपां हुण स्टार्ट किते आ।
ਸੋ ਇੱਥੇ ਦੇਖੋ ਉਹਨਾਂ ਨੇ ਕਿਹਾ ਇਫ ਫੋਰਸ ਵੈਲੋਸਿਟੀ ਐਂਡ ਟਾਈਮ ਆਰ ਟੇਕਨ ਇਨ ਅ ਫੰਡਾਮੈਂਟਲ ਯੂਨਿਟਸ ਐਂਡ ਡਿਮੈਂਸ਼ਨਸ ਆਫ ਮਾਸ, ਤਾਂ ਅਸੀਂ ਡਿਮੈਂਸ਼ਨਸ ਆਫ ਮਾਸ ਪਤਾ ਕਰਨਾ। ਇਹਦਾ ਮਤਲਬ m ਇਜ਼ ਇਕੁਅਲਸ ਟੂ ਡਾਇਰੈਕਟਲੀ ਪ੍ਰੋਪੋਰਸ਼ਨਲ ਆ k। ਉਹਨਾਂ ਨੇ ਕੀ ਕਿਹਾ, ਫੋਰਸ ਵੈਲੋਸਿਟੀ ਟਾਈਮ, ਸੋ ਇਹਦੀ ਪਾਵਰ ਆ ਜਾਏਗੀ ABC। ਸੋ ਮਾਸ ਦੇ ਵਿੱਚ ਡਿਮੈਂਸ਼ਨ ਫਾਰਮੂਲਾ ਕੀ ਹੁੰਦਾ ਆ, ਓਨਲੀ m, ਸੋ ਇਹਦੀ ਜਗ੍ਹਾ 'ਤੇ ਆ ਗਿਆ m k। ਫੋਰਸ ਕਿਹਦੇ ਇਕੁਅਲ ਹੁੰਦਾ ਬੱਚੇ, mlt ਮਾਈਨਸ 2 ਦੀ ਪਾਵਰ a, ਸੋ ਇੱਥੇ ਆ ਗਿਆ mlt ਮਾਈਨਸ 2 ਦੀ ਪਾਵਰ a। ਵੈਲੋਸਿਟੀ ਕਿੰਨੀ ਆ ਜਾਏਗੀ, lt ਮਾਈਨਸ 2 ਦੀ ਪਾਵਰ b, ਔਰ ਟਾਈਮ ਕਿੰਨਾ ਆ t ਦੀ ਪਾਵਰ c। ਸੋ ਸਾਰੀਆਂ ਬੱਚੇ ਪਾਵਰਸ ਨੂੰ ਅਸੀਂ ਕੰਬਾਈਨ ਕੀਤਾ ਤਾਂ ਸਾਡੇ ਕੋਲ a ਦਾ ਆਨਸਰ ਆ ਜਾਏਗਾ 1, a ਪਲਸ b ਦਾ ਆਨਸਰ ਆ ਜਾਏਗਾ 0, ਔਰ ਮਾਈਨਸ 2a ਮਾਈਨਸ 2b ਮਾਈਨਸ b ਮਾਈਨਸ c ਪਲਸ c ਇਜ਼ ਇਕੁਅਲਸ ਟੂ 0 ਆਨਸਰ ਆ ਜਾਏਗਾ। ਇਹ ਸਭ ਇਕੁਏਸ਼ਨਸ ਨੂੰ ਸੋਲਵ ਕਰਨ ਤੋਂ ਬਾਅਦ ਤੁਹਾਡਾ ਆਨਸਰ ਆ ਜਾਏਗਾ a ਦਾ ਆਨਸਰ 1, b ਦਾ ਆਨਸਰ -1 ਔਰ c ਦਾ ਆਨਸਰ 1। ਸੋ ਇਹਦਾ ਮਤਲਬ f ਦੀ ਵੈਲਿਊ 1, b ਦੀ ਵੈਲਿਊ -1 ਔਰ c ਦੀ ਵੈਲਿਊ 1, ਠੀਕ ਹੈ। ਉਹਦੇ ਅਕੋਰਡਿੰਗਲੀ ਬੱਚੇ ਤੁਹਾਡਾ ਆਨਸਰ ਆ ਜਾਏਗਾ, ਆਪਸ਼ਨ ਨੰਬਰ ਚੈੱਕ ਕਰ ਲਓ ਬੱਚੇ, 105 ਦੀ ਡੀ ਆਪਸ਼ਨ, ਠੀਕ ਹੈ। ਇਹ ਆ ਜਿਹੜੀ ਆ ਤੁਹਾਡਾ ਰਾਈਟ ਆਨਸਰ ਹੋਏਗਾ। ਸੋ 106 ਹੋ ਗਿਆ ਬੱਚੇ, 107 ਹੋ ਗਿਆ, 108, ਇਹ ਸਾਰੇ ਜਿਹੜੇ ਲੌਂਗ ਕੁਐਸਚਨਸ ਆ ਇੱਕ ਵਾਰੀ ਟਰਾਈ ਕਰਕੇ ਦੇਖ ਲੈਣਾ। ਜੇ ਕੋਈ ਨਹੀਂ ਹੋਏਗਾ ਤਾਂ ਤੁਸੀਂ ਮੈਨੂੰ ਦੱਸ ਦੇਣਾ, ਮੈਂ ਤੁਹਾਨੂੰ ਬੱਚੇ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਆ ਸੋਲਵ ਕਰਕੇ ਦੱਸ ਦੂੰਗੀ, ਠੀਕ ਹੈ। ਨੈਕਸਟ ਦੇਖੋ 109 ਦਾ ਬੱਚੇ ਐਂਗੂਲਰ ਵੈਲੋਸਿਟੀ ਦਾ ਆਨਸਰ ਕੀ ਆ, ਸੀ ਆਪਸ਼ਨ, ਸੋ ਸੀ ਆਪਸ਼ਨ। ਨੈਕਸਟ ਆ ਵਿਚ ਆਫ ਦਾ ਫੋਲੋਇੰਗ ਫਿਜ਼ੀਕਲ ਕੁਆਂਟਿਟੀ ਇਜ਼ ਅ ਯੂਨਿਟਲੈਸ, ਕਿਹੜੀ ਕੁਆਂਟਿਟੀ ਆ ਜਿਹੜੀ ਯੂਨਿਟਲੈਸ ਆ, ਐਂਗਲ ਯੂਨਿਟਲੈਸ ਆ, ਸਟ੍ਰੇਨ ਯੂਨਿਟਲੈਸ ਆ, ਸਪੈਸੀਫਿਕ ਗ੍ਰੈਵਿਟੀ ਵੀ ਯੂਨਿਟਲੈਸ ਆ, ਸੋ ਆਲ ਆਫ ਦਾ ਅਬਵ। ਨੈਕਸਟ ਆ ਜੋ ਡਿਮੈਂਸ਼ਨਸ ਆਫ ਅ ਟਾਰਕ, ਟਾਰਕ ਦੀ ਡਿਮੈਂਸ਼ਨਸ ਕੀ ਹੈ, ml² t-2, ਸੋ ml² t-2। ਡਿਮੈਂਸ਼ਨਸ ਆਫ ਲਾਈਟ ਈਅਰ, ਲਾਈਟ ਈਅਰ ਦੇ ਡਿਮੈਂਸ਼ਨ ਫਾਰਮੂਲੇ ਕੀ ਆ, ਓਨਲੀ L, ਕਿਉਂਕਿ ਲੈਂਥ ਵਿੱਚ ਮੈਜਰ ਕੀਤਾ ਜਾਂਦਾ ਆ। ਨੈਕਸਟ ਦੇਖੋ ਡਿਮੈਂਸ਼ਨਸ ਆਫ ਇੰਪਲਸ, ਇੰਪਲਸ ਦੇ ਡਿਮੈਂਸ਼ਨ ਫਾਰਮੂਲਾ mlt-2। ਪਲੈਂਕਸ ਕੌਂਸਟੈਂਟ, ਦਿਸ ਇਜ਼ ਦ ਮੋਸਟ ਇੰਪੋਰਟੈਂਟ, that is ml² t-1। gravitation constant is also most important, m-1 l³ t-2। ਬੱਚੇ ਨੈਕਸਟ ਵੀ ਇੱਦਾਂ ਹੀ ਆ, ਫੋਰਸ ਐਫ ਇਜ਼ ਗਿਵਨ ਬਾਈ, ਫੋਰਸ ਤੁਹਾਨੂੰ ਗਿਵਨ ਆ, ਟੀ ਟਾਈਮ ਆ, ਡਿਮੈਂਸ਼ਨਸ ਆਫ ਏ। ਜਦੋਂ ਏ ਦਾ ਡਿਮੈਂਸ਼ਨਸ ਫਾਰਮੂਲਾ ਪਤਾ ਕਰਨਾ, ਲਿਖਾਂਗੇ ਏ ਨੂੰ ਅਸੀਂ ਨਿਗਲੈਕਟ ਕਰ ਦੇਣਾ, ਏ ਇਜ਼ ਇਕੁਅਲਸ ਟੂ ਐਫ ਓਵਰ ਟੀ। ਫੋਰਸ ਕੀ ਹੁੰਦਾ, mlt-2 ਡਿਵਾਈਡਡ ਬਾਈ ਟਾਈਮ, ਆਹ ਟਾਈਮ ਵੀ ਉੱਪਰ ਚਲਾ ਗਿਆ ਤਾਂ ਆ ਜਾਏਗਾ mlt-3। ਹੁਣ ਦੇਖ ਲਓ mlt-3 ਜਿਹੜਾ ਸੀ ਆਪਸ਼ਨ ਆ, ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਬੱਚੇ ਆਹ ਖੁਦ ਸੋਲਵ ਕਰਕੇ ਦੇਖ ਲੈਣਾ ਬੀ ਵਾਲਾ। ਸੋ ਕੀ ਆਏਗਾ, ਐਫ ਇਜ਼ ਇਕੁਅਲਸ ਟੂ BT², ਸੋ B ਇਜ਼ ਇਕੁਅਲਸ ਟੂ F ਡਿਵਾਈਡਡ ਬਾਈ T²। ਸੋ ਸੋਲਵ ਕਰਕੇ ਦੇਖ ਲੈਣਾ, ਤੁਹਾਡਾ ਬੱਚੇ ਇੰਨਾ ਆਨਸਰ ਆਉਣਾ ਚਾਹੀਦਾ ਆ, ਠੀਕ ਹੈ। 117th ਕੁਐਸਚਨ ਦੇਖੋ, ਤੁਹਾਨੂੰ ਇੱਕ ਟਰਮ ਦਿੱਤੀ ਹੋਈ ਆ, ਆਹ x ਔਰ y ਜਿਹੜੀ ਮੈਜਰ ਇਨ ਮੀਟਰ ਆ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ, ਕਿਹੜੀ ਸਟੇਟਮੈਂਟ ਆ ਜਿਹੜੀ ਟਰੂ ਆ। ਨੰਬਰ 1 ਕੀ ਆ, ਦ ਯੂਨਿਟ ਆਫ ਲੈਮਡਾ ਇਜ਼ ਸੇਮ ਐਜ਼ ਦੈਟ ਆਫ x ਐਂਡ a ਔਰ x ਦਾ ਜੋ ਵੀ ਡਿਮੈਂਸ਼ਨ ਫਾਰਮੂਲਾ ਹੋਏਗਾ ਉਹੀ ਤੁਹਾਡਾ ਲੈਮਡਾ ਦਾ ਹੋਏਗਾ, ਠੀਕ ਹੈ। ਲੈਮਡਾ ਕੀ ਆ ਬੱਚੇ, ਤੁਹਾਡੀ ਲੈਂਥ ਆ, ਠੀਕ ਹੈ। ਉਹਨੂੰ ਵੀ ਮੀਟਰ ਦੇ ਵਿੱਚ ਮੈਜਰ ਕਰਦੇ ਆ ਤਾਂ ਸਹੀ ਆ। ਦ ਯੂਨਿਟ ਆਫ ਲੈਮਡਾ ਇਜ਼ ਸੇਮ ਐਜ਼ ਦੈਟ ਆਫ ਐਕਸ ਬਟ ਨਾਟ ਏ, ਕਿਉਂਕਿ ਬੱਚੇ ਐਕਸ ਏ ਵੀ ਜਿਹੜਾ ਆ, ਐਕਸ ਔਰ ਵਾਈ ਜਿਹੜਾ ਆ ਤੁਹਾਡੇ ਮੀਟਰਸ ਦੇ ਵਿੱਚ ਆ, ਠੀਕ ਹੈ। ਕਹਿੰਦੇ ਐਕਸ ਦੇ ਨਾਲ ਤਾਂ ਮੈਚ ਕਰਦਾ ਹੋਏਗਾ ਬਟ ਏ ਦੇ ਨਾਲ ਮੈਚ ਨਹੀਂ ਕਰਦਾ ਹੋਏਗਾ। ਬੱਚੇ ਏ ਵੀ ਜਿਹੜਾ ਆ ਕੌਨਸਟੈਂਟ ਹੋ ਸਕਦਾ ਜਾਂ ਫਿਰ ਸੇਮ ਹੋ ਸਕਦਾ। ਦ ਯੂਨਿਟ ਆਫ ਸੀ ਇਜ਼ ਸੇਮ ਐਜ਼ ਦੈਟ ਆਫ 2π ਓਵਰ ਲੈਮਡਾ, 2π ਓਵਰ ਲੈਮਡਾ ਦੇ ਨਾਲ ਨਹੀਂ ਹੋਏਗਾ ਬੱਚੇ, ਇਕੱਲਾ ਲੈਮਡਾ ਦੇ ਨਾਲ ਹੋਏਗਾ। ਸੋ ਇਹ ਵੀ ਨਹੀਂ ਆਪਸ਼ਨ, ਸੋ ਇਹ ਆਪਸ਼ਨ ਜਿਹੜੀ ਆ ਤੁਹਾਡੀ ਰਾਈਟ ਆ। ਨੈਕਸਟ ਆ ਪ੍ਰੈਸ਼ਰ ਗ੍ਰੇਡੀਐਂਟ ਹੈਜ਼ ਦ ਸੇਮ ਡਿਮੈਂਸ਼ਨਸ ਆਫ, ਪ੍ਰੈਸ਼ਰ ਗ੍ਰੇਡੀਐਂਟ ਬੱਚੇ ਕਿਹਦੇ ਇਕੁਅਲ ਹੁੰਦਾ ਹੈ, ਵੈਲੋਸਿਟੀ ਗ੍ਰੇਡੀਐਂਟ ਦੇ, ਪੋਟੈਂਸ਼ੀਅਲ ਗ੍ਰੇਡੀਐਂਟ ਦੇ, એનર્ਜੀ ਗ੍ਰੇਡੀਐਂਟ ਦੇ। ਸੋ ਪ੍ਰੈਸ਼ਰ ਗ੍ਰੇਡੀਐਂਟ ਬੱਚੇ ਇਹਨਾਂ ਵਿੱਚੋਂ ਕਿਸੇ ਦੇ ਵੀ ਇਕੁਅਲ ਨਹੀਂ ਹੁੰਦਾ, ਕਿਉਂਕਿ ਪ੍ਰੈਸ਼ਰ ਗ੍ਰੇਡੀਐਂਟ ਦਾ ਫਾਰਮੂਲਾ ਹੁੰਦਾ ਪ੍ਰੈਸ਼ਰ ਓਵਰ ਡਿਸਟੈਂਸ ਦੇ। ਸੋ ਇਹਦਾ ਡਿਮੈਂਸ਼ਨ ਫਾਰਮੂਲਾ ਆ ਜਾਏਗਾ ml-2 t-2, ਜਿਹੜਾ ਕਿ ਇਹਨਾਂ ਵਿੱਚੋਂ ਕਿਸੇ ਦੇ ਇਕੁਅਲ ਨਹੀਂ ਆ, ਸੋ ਨਨ ਆਫ ਦੀਜ਼। ਨੈਕਸਟ ਆ ਪਾਸਕਲ ਸੈਕਿੰਡ ਹੈਜ਼ ਅ ਯੂਨਿਟ ਆਫ, ਕਿਹਦੇ ਯੂਨਿਟਸ ਆ, ਕੋਫੀਸ਼ੀਐਂਟ ਆਫ ਵਿਸਕੋਸਿਟੀ ਦੇ। ਸੋ ਇਹ ਬੱਚੇ ਨਵੰਬਰ ਦੇ ਪੇਪਰ ਲਈ ਇੰਪੋਰਟੈਂਟ ਨਹੀਂ ਆ। ਨੈਕਸਟ ਦੇਖੋ, ਇਹ ਵੀ ਤੁਹਾਡੇ ਨਵੰਬਰ ਦੇ ਪੇਪਰ ਲਈ ਇੰਪੋਰਟੈਂਟ ਨਹੀਂ ਆ, ਕਿਉਂਕਿ ਬਰਨੌਲਿਸ ਥਿਊਰਮ ਆ ਬੱਚੇ। ਬਰਨੌਲਿਸ ਥਿਊਰਮ ਜਿਹੜਾ ਆ ਅਸੀਂ 7th 8th ਯੂਨਿਟ ਦੇ ਵਿੱਚ ਕਰਾਂਗੇ, ਸੋ ਇਹ ਨਹੀਂ ਆ ਸਕਦਾ ਪੇਪਰ ਦੇ ਵਿੱਚ।
ਬੱਚੇ ਜਿਹੜੇ ਨੈਕਸਟ ਵਾਲੇ ਡਿਮੈਂਸ਼ਨ ਫਾਰਮੂਲੇਜ਼ ਆ 121 ਤੋਂ ਲੈ ਕੇ ਬੱਚੇ ਸਾਰੇ ਖੁਦ ਕਰਕੇ ਦੇਖ ਲਓ, ਮੈਂ ਇੱਕ ਵਾਰੀ ਆਨਸਰ ਦੱਸ ਦਿੰਦੀ ਹਾਂ। 121 ਦਾ ਬੱਚੇ ਆਨਸਰ ਆਏਗਾ C, 122 ਦਾ ਆਨਸਰ ਆਏਗਾ B, 123 ਦਾ ਆਨਸਰ ਆਏਗਾ A, 124 ਦਾ ਆਨਸਰ ਆਏਗਾ B, 125 ਦਾ ਆਨਸਰ ਆਏਗਾ B। ਸੋ ਬੱਚੇ ਆ ਵੀ ਜਿਹੜਾ ਆ ਨਵੰਬਰ ਦੇ ਪੇਪਰ ਲਈ ਇੰਪੋਰਟੈਂਟ ਨਹੀਂ ਆ। ਕੋਫੀਸ਼ੀਐਂਟ ਆਫ ਵਿਸਕੋਸਿਟੀ ਵੀ ਇੰਪੋਰਟੈਂਟ ਨਹੀਂ ਆ। ਪਲੈਂਕਸ ਕੌਂਸਟੈਂਟ ਜਿਹੜਾ ਮੋਸਟ ਇੰਪੋਰਟੈਂਟ ਆ। ਡਿਮੈਂਸ਼ਨ ਫਾਰਮੂਲਾ ਹੁੰਦਾ ml²T-1। ਵਿਚ ਆਫ ਦਾ ਫੋਲੋਇੰਗ ਪੇਅਰ ਡਜ਼ ਨਾਟ ਹੈਵ ਅ ਸੇਮ ਡਿਮੈਂਸ਼ਨਸ, ਜਿਨ੍ਹਾਂ ਦੇ ਡਿਮੈਂਸ਼ਨਸ ਸੇਮ ਨਾ ਹੋਣ। ਸਟ੍ਰੈਸ ਤੇ ਪ੍ਰੈਸ਼ਰ ਸੇਮ ਆ, ਐਂਗਲ ਤੇ ਸਟ੍ਰੇਨ ਜਿਹੜੇ ਆ ਸੇਮ ਆ, ਦੈਨ ਟੈਂਸ਼ਨ ਔਰ ਸਰਫੇਸ ਟੈਂਸ਼ਨ ਅਲੱਗ-ਅਲੱਗ ਆ। ਸੋ C ਆਪਸ਼ਨ ਇਜ਼ ਦਾ ਰਾਈਟ ਆਨਸਰ। ਵਿਚ ਆਫ ਦਾ ਫੋਲੋਇੰਗ formula of gravitational constant G? So ਬੱਚੇ gravitational constant, this is the also most important, that is m-1 L³ T-2। ਨੈਕਸਟ ਹੈ ਡਿਮੈਂਸ਼ਨ L-1 T-1 ਆਰ ਰਿਲੇਟਿਡ ਟੂ, ਜਿਹੜਾ ਇਹ ਡਿਮੈਂਸ਼ਨਸ ਕਿਹਦੇ ਆ, ਕੋਫੀਸ਼ੀਐਂਟ ਆਫ ਵਿਸਕੋਸਿਟੀ ਦੇ। ਸੋ ਇਹ ਵੀ ਨਵੰਬਰ ਐਗਜ਼ਾਮ ਦੇ ਲਈ ਨਹੀਂ ਹੈ। ਨੈਕਸਟ ਬੱਚੇ 113 ਨੰਬਰ ਕੁਐਸਚਨ ਹੈ, ਇਹ ਵੀ ਤੁਹਾਡੇ ਹੁਣ ਦੇ ਐਗਜ਼ਾਮ ਦੇ ਲਈ ਨਹੀਂ ਹੈ। ਨੈਕਸਟ ਆ ਜਾਓ ਐਰਰ ਐਨਾਲਾਈਜ਼ 0.080। ਹੁਣ ਤੁਹਾਨੂੰ ਬੱਚੇ ਡਿਮੈਂਸ਼ਨਸ ਰੂਲਸ ਦੱਸੇ ਹੋਏ ਸੀ, ਪੁਆਇੰਟ ਤੋਂ ਇੱਧਰ ਵਾਲਾ ਔਰ ਇੱਧਰ ਵਾਲਾ ਜਿਹੜਾ ਅਸੀਂ ਕਾਊਂਟ ਨਹੀਂ ਕਰਨਾ ਹੁੰਦਾ। ਅਗਰ ਇਹ ਕਾਊਂਟ ਨਹੀਂ ਕਰਨਾ, ਆਹ ਵਾਲੇ 2 ਤਾਂ ਅਸੀਂ ਕਾਊਂਟ ਹੀ ਨਹੀਂ ਕਰ ਰਹੇ। ਸੋ ਪਿੱਛੇ ਵਾਲੇ 2 ਰਹਿ ਗਏ। ਸੋ 2 ਡਿਮੈਂਸ਼ਨਸ, ਠੀਕ ਹੈ, 2 ਸਿਗਨੀਫਿਕੈਂਟ ਫਿਗਰਸ। ਸੋ 2 ਸਿਗਨੀਫਿਕੈਂਟ ਫਿਗਰਸ ਆ ਜਾਏਗਾ। ਨੈਕਸਟ ਆ ਬੱਚੇ ਪਰਸੈਂਟੇਜ ਵਾਲੇ ਨੂਮੈਰੀਕਲਸ ਆ, ਇੱਕ ਵਾਰੀ ਸੋਲਵ ਕਰਕੇ ਦੇਖ ਲੈਣਾ। ਐਕਚੁਅਲੀ ਇਹ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਆ, ਸੋ ਇਹ ਕਰਕੇ ਦੇਖ ਲੈਣਾ। ਅਗਰ ਕਿਸੇ 'ਚ ਵੀ ਕੋਈ ਪ੍ਰੋਬਲਮ ਹੋਈ ਤਾਂ ਦੱਸ ਦੇਣਾ, ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਐਕਸਪਲੇਨ ਕਰ ਦੂੰਗੀ, ਠੀਕ ਹੈ। ਸੋ ਅਸੀਂ ਇਸ ਵੀਡੀਓ ਦੇ ਵਿੱਚ ਬੱਚੇ ਫਸਟ ਯੂਨਿਟ ਦੇ MCQs ਡਿਸਕਸ ਕੀਤੇ ਆ। ਨੈਕਸਟ ਵੀਡੀਓ ਦੇ ਵਿੱਚ ਅਸੀਂ 2nd, 3rd, 4th, 5th ਦੇ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਜ਼ਿਆਦਾ ਤੋਂ ਜ਼ਿਆਦਾ, ਔਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।